ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਕਬੀਰ ਜੀ ਕਈ ਵਾਰ ਗੰਗਾ ਕਿਨਾਰੇ ਬੈਠ ਕੇ ਕਥਾ ਉਪਦੇਸ਼ ਤੇ ਬਚਨ ਬਿਲਾਸ ਕਰਦੇ ਰਹਿੰਦੇ ਤੇ ਕਈ ਵਾਰ ਕੋਈ ਨਾ ਕੋਈ ਜਗਿਆਸੂ ਸਵਾਲ ਕਰ ਦਿੰਦਾ ਤੇ ਉਸ ਦੇ ਬਚਨ ਬਿਲਾਸ ਸ਼ੁਰੂ ਹੋ ਜਾਂਦੇ। ਇੱਕ ਵਾਰ ਕਬੀਰ ਜੀ ਦੇ ਕੋਲ ਇੱਕ ਸਾਧੂ ਨੂੰ ਲਿਆਏ ਜਿਸ ਨੇ ਕਿਸੇ ਦੀ ਗੱਠੜੀ ਚੁੱਕੀ ਸੀ। ਉਸ ਵਿੱਚ ਕੀਮਤੀ ਮਾਲ ਸੀ। ਸਾਧੂ ਨੂੰ ਫੜ ਕੇ ਲਿਆਉਣ ਵਾਲਿਆਂ ਨੇ ਬੜਾ ਰੌਲਾ ਪਾਇਆ। ਸਾਧੂ ਨੂੰ ਮਾਰ ਦੇਣ ਅਤੇ ਤੁੱਲੇ ਕਿ ਇਸ ਨੇ ਭੇਖ ਨੂੰ ਲਾਜ ਲਾਈ ਹੈ, ਇਸ ਨੂੰ ਐਸਾ ਨਹੀਂ ਸੀ ਕਰਨਾ ਚਾਹੀਦਾ। ਕਬੀਰ ਜੀ ਨੇ ਸਾਰਿਆਂ ਨੂੰ ਸ਼ਾਂਤ ਰਹਿਣ ਲਈ ਆਖਿਆ ਅਤੇ ਉਸ ਸਾਧੂ ਨੂੰ ਬਿਠਾ ਕੇ ਧੀਰਜ ਨਾਲ ਪੁੱਛਿਆ। ਕਬੀਰ ਜੀ ਕਹਿੰਦੇ, ਕਿਉਂ ਭਾਈ ਪੁਰਖਾ, ਇਹ ਚੀਜ਼ਾਂ ਤੂੰ ਚੁੱਕੀਆਂ ਹਨ? ਸਾਧੂ ਕਹਿੰਦਾ ਹੈ, ਜੀ ਮੈਂ ਚੁੱਕੀ ਸੀ ਗੱਠੜੀ ਤੇ। ਕਬੀਰ ਜੀ ਪੁੱਛਦੇ, ਕਿਉਂ ਚੁੱਕੀ ਭਾਈ, ਕੀ ਲੋੜ ਸੀ ਕਿਸੇ ਵਸਤੂ ਦੀ? ਸਾਧੂ ਕਹਿੰਦਾ, ਨਹੀਂ ਜੀ, ਲੋੜ ਤਾਂ ਕੋਈ ਨਹੀਂ ਸੀ। ਫਿਰ ਕਬੀਰ ਜੀ ਪੁੱਛਦੇ, ਫਿਰ ਕੀ ਕਾਰਨ ਸੀ ਇਸ ਗੱਠੜੀ ਦੇ ਚੁੱਕਣ ਦਾ? ਸਾਧੂ ਕਹਿੰਦਾ, ਮਹਾਰਾਜ, ਇਸ ਦੇ ਵਿੱਚ ਸਵਰਨ ਦੀ ਵਸਤੂ ਸੀ ਤੇ ਕੁਝ ਸੋਨੇ ਦੀਆਂ ਮੋਹਰਾਂ ਸਨ। ਉਸ ਸਵਰਨ ਨੇ ਮਨ ਵਿੱਚ ਲਾਲਚ ਲੈ ਆਂਦਾ। ਅਨੇਕਾਂ ਯਤਨ ਕਰਨ ਤੇ ਵੀ ਮਹਾਰਾਜ ਮਾਇਆ ਪਿੱਛਾ ਨਹੀਂ ਛੱਡਦੀ। ਘਰ ਦਾ ਤਿਆਗ ਕੀਤਾ, ਇਸਤਰੀ ਛੱਡੀ, ਪਰ ਐਸਾ ਹੋ ਜਾਂਦਾ ਹੈ। ਕਦੀ ਸੋਨਾ ਮਨ ਨੂੰ ਖਿੱਚਦਾ ਹੈ, ਕਦੀ ਰੂਪ ਤੇ ਕਦੀ ਜਸ, ਸਮਝ ਨਹੀਂ ਲੱਗਦੀ। ਲਾਲਚ ਨਿਰਾਦਰੀ ਵੀ ਬਹੁਤ ਕਰਾਉਂਦਾ ਹੈ, ਫਿਰ ਵੀ ਮਨ ਅਮੋੜ ਗਲਤੀ ਕਰਦਾ ਹੈ, ਕੁਝ ਸਮਝਦਾ ਨਹੀਂ। ਇਹ ਬਚਨ ਸੁਣ ਕੇ ਕਬੀਰ ਜੀ ਦੀ ਸੂਰਤ ਪ੍ਰਭੂ ਚਰਨਾਂ ਨਾਲ ਜੁੜ ਗਈ। ਉਹਨਾਂ ਨੇ ਉਸ ਸਾਧੂ ਤੇ ਕੋਲ ਬੈਠਿਆਂ ਨੂੰ ਉਪਦੇਸ਼ ਕਰਨ ਲਈ ਹਿੱਤ ਬਾਣੀ ਉਚਾਰੀ। ਬਿੰਦੂ ਤੇ ਜਿਨ ਪਿੰਡ ਕੀਆ ਯਗਨ ਕੁੰਡ ਹਰਾਇਆ, 10 ਮਾਸ ਮਾਤਾ ਉਦਰ ਰੱਖਿਆ, ਬਹੁਰੀ ਲਾਗੀ ਮਾਇਆ, ਪ੍ਰਾਣੀ ਕਾਹੇ ਕੋ ਲੋਭ ਲਾਗੇ, ਰਤਨ ਜਨਮ ਖੋਇਆ, ਪੂਰਬ ਜਨਮ ਕਰਮ ਭੂਮ ਬੀਜ ਨਾਹੀ ਬੋਇਆ, ਰਹਾਓ ਬਾਰਕ ਤੇ ਬਿਰਧ ਭਇਆ, ਹੋਣਾ ਸੋ ਹੋਇਆ, ਜਾ ਜਮ ਆਏ ਝੋਟ ਪਕਰੈ, ਤਬ ਹੈ ਕਾਹੇ ਰੋਇਆ, ਜੀਵਨੈ ਕੀ ਆਸ ਕਰ, ਜਮ ਨਿਹਾਰੇ ਸਾਸਾ, ਬਾਜੀ ਗਰੀ ਸੰਸਾਰ ਕਬੀਰਾ, ਚੇਤ ਢਾਲ ਪਾਸਾ। ਕਬੀਰ ਜੀ ਨੇ ਤਿਸ ਦਾ ਪਰਮਾਰਥ ਵੀ ਆਪ ਹੀ ਦੱਸਿਆ ਹੈ। ਇਹ ਸਾਧੂ ਤੇ ਦੂਸਰੇ ਸ਼ਰਧਾਲੂ ਜਣੋ, ਇਹੋ ਤਾਂ ਮਨੁੱਖ ਵਾਸਤੇ ਜੀਵਨ ਸੰਘਰਸ਼ ਹੈ ਕਿ ਈਸ਼ਵਰ ਨੇ ਜਦੋਂ ਸਰੀਰ ਬਣਾਇਆ, ਮਾਤਾ ਦੇ ਗਰਭ ਅਗਨ ਕੁੰਡ ਵਿੱਚ ਰੱਖਿਆ, ਤਾਂ 10 ਮਹੀਨੇ ਪਿੱਛੋਂ ਜਨਮ ਲੈਣ ਦੇ ਨਾਲ ਹੀ ਮਾਇਆ ਦਾ ਪਰਛਾਵਾਂ ਪਾ ਦਿੱਤਾ। ਮਾਇਆ ਪਰਛਾਵਾਂ ਬਣ ਕੇ ਐਸੀ ਮਗਰ ਲੱਗਦੀ ਹੈ ਕਿ ਜੀਵ ਨੂੰ ਦਿਸਦੀ ਨਹੀਂ, ਬਸ ਅੰਦਰੋਂ ਅੰਦਰ ਆਖੀ ਜਾਂਦੀ ਹੈ, ਇਹ ਮੇਰਾ ਹੈ, ਇਹ ਮੈਂ ਹਾਂ, ਮੇਰੀ ਮੈਂ ਵੱਡਾ। ਇਸ ਮਾਇਆ ਤੋਂ ਬਚਣ ਵਾਸਤੇ ਦੂਸਰਾ ਪੱਖ ਹੈ ਵਾਹਿਗੁਰੂ ਦਾ ਨਾਮ ਲੈਣਾ, ਉਸ ਦਾ ਸਿਮਰਨ ਕਰਕੇ ਮਾਇਆ ਕੋਲੋਂ ਬਚਣਾ। ਪਰ ਮਨੁੱਖ ਨੂੰ ਮਾਇਆ ਦੇ ਪਦਾਰਥ ਇੰਨੇ ਸਵਾਦੀ ਲੱਗਦੇ ਹਨ ਕਿ ਉਹ ਕੀਮਤੀ ਜੀਵਨ ਨੂੰ ਗਵਾ ਬੈਠਦਾ ਹੈ। ਪਿਛਲੇ ਜਨਮ ਵਿੱਚ ਕੀਤੇ ਕਰਮ ਨਾਲ ਜੋ ਨਾਮ ਦਾ ਬੀਜਣਾ ਹੈ ਉਹ ਨਹੀਂ ਬੀਜਦਾ ਅਤੇ ਚੰਗੇ ਕੰਮ ਨਹੀਂ ਕੀਤੇ। ਇਹ ਸਮਝ ਕਰਨੀ ਚਾਹੀਦੀ ਹੈ ਕਿ ਬੁਢੇਪੇ ਵਿੱਚ ਜਦੋਂ ਕਾਲ ਜਾਂ ਜਮਾ ਨੇ ਸਿਰੋਂ ਫੜਿਆ ਤਾਂ ਕੀ ਉੱਤਰ ਦੇਵਾਂਗੇ? ਫਿਰ ਰੋਵਾਂਗੇ, ਪਰ ਰੋਣ ਨਾਲ ਬਣਦਾ ਕੁਝ ਨਹੀਂ। ਤਰਲੇ ਲਵਾਂਗੇ, ਪਰ ਕਿਸੇ ਨੇ ਤਰਸ ਨਹੀਂ ਕਰਨਾ। ਉਸ ਵੇਲੇ ਆਸਾ ਤਾਂ ਜੀਵਨ ਦੀ ਹੋਏਗੀ, ਪਰ ਜਮ ਤਾਂ ਸਾਹ ਰੋਕ ਲੈਣਗੇ। ਇਹ ਭਾਈ, ਇਹ ਸਮਝ ਲਵੋ, ਇਹ ਸੰਸਾਰ ਤਾਂ ਬਾਜੀਗਰ ਦੀ ਖੇਡ ਵਾਂਗ ਹੈ। ਚਾਹੀਦਾ ਹੈ ਨਾਮ ਸਿਮਰਨ ਕਰਕੇ ਪਾਸਾ ਬਦਲ ਦਿੱਤਾ ਜਾਏ। ਇਹ ਚੋਰੀ ਯਾਰੀ ਸਭ ਮਾਇਆ ਦੇ ਖੇਲ ਹਨ, ਇਸ ਤੋਂ ਬਚਣਾ ਚਾਹੀਦਾ ਹੈ। ਕਬੀਰ ਜੀ ਨੇ ਹੋਰ ਹੁਕਮ ਕੀਤਾ, ਜੋਗੀ ਜਤੀ ਤਪੀ ਸੰਨਿਆਸੀ, ਬਹੁਤ ਤੀਰਥ ਭ੍ਰਮਣਾ, ਲੁੰਜਿਤ ਮੁੰਜਿਤ ਮੋਨ ਜਟਾਤਰ, ਅੰਤ ਤਉ ਮਰਨਾ, ਤਾਤੇ ਸੇਵੀਅਲ ਰਾਮਣਾ, ਰਸਣਾ ਰਾਮ ਨਾਮ, ਹਿਤ ਜਾ ਕੇ ਕਹੇ ਕਰੇ ਜਮਣਾ, ਰਹਾਓ
आगम निर्गम ज्योतक जानै, बहु बहु व्याकरणा। तंत्र मंत्र सब औखद जानै, अंत तौ मरना। राज भोग अर छत्र सिंहासन, बहु सुंदर रमणा। पान कपूर सुबासक चंतन, अंत तहो मरना। वेद पुराण सिमरत सब खोजै, कहो न उबरना। कहो कबीर इयों रामै, जपो मेट जन्म मरना। हे संगत जी, देखो माया का अर्थ है बदलना। माया थिर नहीं रहिंदी। तुसी जे माया नाल प्यार करोगे तां भुल गए शरीर भी तां पंज भूतक माया का पसारा है। इसने जरूर एक दिन मिट्टी हो जाना है, मिट्टी विच मिल जाना है इसने, जिसनों आपां दुनिया वाले मरना आखदे हां। मरना सब ने है। जे सब ने मरना है तां होमै हंकार मोह माया वासना पिछे जन्म क्यों गवाइए। कबीर जी ने फरमाया, वड्डे जोगी जति तपी सन्यासी तीर्थ ते फिरन वाले साधु भी जो देखते हो, जेड़े सवेरड़े चुप रहन वाले लम्मियां जटां वाले, इन्हां सारियां मरना है। पहले मर गए, बाकी मरदे रहणगे। इस वास्ते ठीक तां यह है कि उस राम दा सिमरन करिए जो रसना नाम नाल जपदी रहेगी, तां जीवन दे दुनियावी तौर ते मरण ते भी जब जिस दा भै है कुछ नहीं करनगे। भावें कोई शास्त्रां वेदां ज्योतिषां दा जाणू ते व्याकरण दा किन्ना गुरु होवे, वो कदी भी अमर नहीं रहना। मंत्र जंतर करदा होवे, भावें लुकमान हकीम दे धनंतर वांग दवाइयां भी करदा होवे, फिर भी सब ने इत्थों चले जाना है। ये तां भला होई जोगी जां संतां दी गल। तुसी समझो जिहड़े दुनिया दे लोक हन, राजे महाराजे ਸਿੰਘਾਸਣ उत्ते बैठते हैं, सिर ते छत्तर झूलते हैं अते सुंदर नारियां भोग वास्ते बेअंत कर होण, उन्हां ने ऐश्वर्य बनाए होण, ऐसे लोग भी जो दिसते हैं वो भी तां एक दिन जाते हैं। भावें चंदन कपूर सुगंधियां ला के रखियां होण, उन्हां भी इत्थों चले जाना है। कबीर जी आखते हैं कि वेदां पुराणां ते सिमित्रियां सब पढ़ के तकियां हन, अमल तो बिना कुछ नहीं, अमलों दे नबेड़े हन। भाई ज्ञान निरा चंगा नहीं, नाम दा सिमरन करना ही ठीक है। सो भाई रात दिने सारे नाम दा सिमरन करया करो, जमा दा डर दूर हो जाएगा, माया आपे असर करेगी। वाहिगुरू जी का खालसा, वाहिगुरू जी की फतेह।